ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਿਹੇ। ਅਚਲ ਮੂਰਤ ਅਨ ਭਉ ਪ੍ਰਕਾਸ਼ ਅਮ ਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮ ਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁੰਦਰ ਮੈਂ ਬੂਢਤ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਚਾਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ। ਚਾਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੈ ਨ ਵਸਿਆ
ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰਿ ਆਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ RAM ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਆ ਮਹਿ ਗਨਣੇ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਤਿਹ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹੋ। ਦਰਸ਼ ਪਰਸ਼ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨਮਾਂਤਰ ਕੇ ਪੁਨ ਰੂਪ ਧਾਰਤੇ। ਤੌਲੋ ਹੀਏ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ, ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਦੀਨ ਤੇ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਤਿਗੁਰਾਂ ਦੀ ਧੁਰ ਕੀ ਅਕਾਲੀ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਸੋਢੀਆਂ ਦੀ ਕੁਲ ਦੇ ਸਿਰਮੌਰ ਸੋਢੀ ਸੁਲਤਾਨ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਚੋਂ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜੋ ਪਾਵਨ ਪਵਿੱਤਰ ਸ੍ਰੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਨੇ ਹੁਣੇ ਹੁਣੇ ਸਰਵਣ ਕੀਤਾ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧਰਨ ਗਗਨ ਨਵਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ। ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ। ਪ੍ਰਤਖ ਹਰੀ ਸਵਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 612 ਔਰ 13 ਅੰਗ ਦੇ ਉੱਤੇ ਪਾਵਨ ਸ਼ਬਦ ਸੁਭਾਏਮਾਨ ਹੈ। ਆਓ ਸਤਿਗੁਰੂ ਜੀ ਨੇ ਜਿੰਨਾ ਕੁ ਸਮਾਂ ਬਖਸ਼ਿਸ਼ ਕੀਤਾ ਹੈ ਗੁਰਦੇਵ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜੀਏ। ਸੁਰਤੀਆਂ ਬਿਰਤੀਆਂ ਦੀ ਇਕਾਗਰਤਾ ਵਾਸਤੇ। ਇਕਾਗਰਤਾ ਸਤਿਗੁਰਾਂ ਦੇ ਸ਼ਬਦ ਦੁਆਰਾ ਬਣਦੀ ਹੈ। ਇਕਾਗਰਤਾ ਸਤਿਗੁਰਾਂ ਦੇ ਗੁਰਮੰਤਰ ਦੀ ਸਾਧਨਾ ਦੁਆਰਾ ਬਣਦੀ ਹੈ। ਔਰ ਇਕਾਗਰਤਾ ਸਭ ਤੋਂ ਵੱਡੀ ਬਾਤ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਣਦੀ ਹੈ, ਗੁਰੂ ਪਾਤਸ਼ਾਹ ਜੀ ਦੀ ਦਇਆ ਨਾਲ ਬਣਦੀ ਹੈ। ਜਿਤਨੀ ਸਾਡੀ ਸੁਰਤ ਇਕਾਗਰ ਹੋਵੇਗੀ, ਸੂਖਸ਼ਮ ਹੋਵੇਗੀ, ਸਤਿਗੁਰੂ ਜੀ ਦੇ ਸ਼ਬਦ ਦੇ ਸੂਖਸ਼ਮ ਭਾਵ ਉਤਨੀ ਸਾਡੀ ਪਕੜ ਵਿੱਚ ਆਉਣਗੇ, ਜਿਹਦੇ ਨਾਲ ਸਾਡੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਜਿਸ ਨਾਲ ਸਾਡੇ ਜੀਵਨ ਵਿੱਚ ਰਸ ਭਰਦਾ ਹੈ। ਤੋ ਪੰਜਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਚਰਨ ਕਮਲ ਸਿਉ ਜਾ ਕਾ ਮਨ ਲੀਨਾ। ਸੇ ਜਨ ਤ੍ਰਿਪਤ ਅਗਾਈ। ਸੋਰਠ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਹਨ। ਤੈਸੇ ਉਚਾਰਨ ਕਰ ਰਹੇ ਨੇ ਜੈਸੇ ਸਤਿਗੁਰਾਂ ਦੇ ਅੰਦਰ ਧੁਰ ਦਰਗਾਹ ਤੋਂ ਉਤਰ ਰਿਹਾ ਹੈ। ਗੁਰਦੇਵ ਦੇ ਸਾਰੇ ਬਚਨ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਲਹਾਮ ਹੈ। ਜਿਵੇਂ ਨਿਰੰਕਾਰ ਦੇ ਘਰ ਵਿੱਚੋਂ ਇਲਹਾਮ ਉਤਰਿਆ, ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਇਲਹਾਮ ਹੈ, ਇਸੇ ਕਰਕੇ ਕਿਸੇ ਨਾਲ ਪੱਖਵਾਦ ਨਹੀਂ ਹੈ ਗੁਰਬਾਣੀ 'ਚ। ਇਲਹਾਮ ਹੈ, ਇਸੇ ਕਰਕੇ ਸੰਸਾਰ ਦੀ ਸਮਸਤ ਮਨੁੱਖਤਾ ਲਈ, ਸਰਬ ਧਰਮਾਂ ਲਈ ਸਾਂਝਾ ਉਪਦੇਸ਼ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਕਿ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ, ਸਤਿਗੁਰੂ ਜੀ ਦੇ ਚਰਨ ਕਮਲ, ਗੁਰੂ ਕੇ ਚਰਨ ਕਮਲ, ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲ, ਇੱਦਾਂ ਬਹੁਤ ਵਾਰੀ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ, ਤਿਨਾਂ ਵੱਲੋਂ ਇੱਕ ਪੁਸਤਕ ਲਿਖੀ ਗਈ ਹੈ। ਉਸ ਪੁਸਤਕ ਦਾ ਨਾਮ ਹੈ ਚਰਨ ਕਮਲ ਕੀ ਮੌਜ, ਜਿਸ ਅੰਦਰ ਉਹਨਾਂ ਨੇ ਬਹੁਤ ਸੁੰਦਰ ਪਰਿਭਾਸ਼ਾ ਸਾਹਿਬ ਦੇ ਚਰਨ ਕਮਲਾਂ ਦੀ ਦੱਸੀ ਹੈ। ਮੁੱਖ ਰੂਪ ਦੇ ਵਿੱਚ ਇਤਨੀ ਵਿਚਾਰ ਕਰ ਲਈਏ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਸਰੂਪ ਦੇ ਵਿੱਚ ਹੈ, ਜਿਸ ਦਾ ਕੋਈ ਰੂਪ ਰੰਗ ਚਿਹਨ ਵਰਣ ਨਹੀਂ ਹੈ, ਜੋ ਰੂਪ ਰੰਗ ਚਿਹਨ ਵਰਣ ਤੋਂ ਨਿਆਰਾ ਹੈ, ਉਸ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ ਉਹੀ ਉਸੇ ਦੇ ਚਰਨ ਕਮਲ ਹਨ। ਚਿਤ ਚਰਨ ਨਾਮ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੀ ਗੁਰੂ ਖਾਲਸੇ ਵਾਸਤੇ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲ ਹਨ। ਪ੍ਰਤੱਖ ਰੂਪ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10 ਪਾਤਸ਼ਾਹੀਆਂ ਇਸ ਮਾਤ ਲੋਕ ਦੀ ਧਰਤੀ ਤੇ ਵਰਤੀਆਂ ਹਨ, ਵਰਤ ਰਹੀਆਂ ਹਨ।
ਕਿਉਂਕਿ ਸਾਹਿਬ ਤਾਂ ਸदैवी ਹਨ, ਅਬਨਾਸੀ ਹਨ। ਤੋ ਪ੍ਰਤੱਖ ਰੂਪ ਦੇ ਵਿੱਚ ਵੀ ਗੁਰਸਿੱਖ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹਨ। ਤੋ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਕਮਲ ਹਨ, ਜਿਨ੍ਹਾਂ ਦਾ ਮਨ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਨਾਲ ਲੀਨ ਹੋ ਜਾਂਦਾ ਹੈ। ਮਨ ਲੀਨਾ ਤੋਂ ਭਾਵ ਮਨ ਜਿਨ੍ਹਾਂ ਦਾ ਗੁਰੂ ਚਰਨਾਂ ਵਿੱਚ ਲੀਨ ਹੋ ਜਾਂਦਾ, ਜਾਂ ਇਸ ਤਰ੍ਹਾਂ ਸਮਝ ਲਈਏ ਕਿ ਜਦੋਂ ਕੋਈ ਸਿੱਖ ਆਪਣਾ ਮਨ ਗੁਰੂ ਅੱਗੇ ਵੇਚ ਦਿੰਦਾ ਹੈ, ਵੇਚੀ ਹੋਈ ਚੀਜ਼ ਦੇ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਰਹਿੰਦਾ। ਜਿਸ ਨੂੰ ਵੇਚ ਦਿੱਤੀ ਫਿਰ ਉਸੇ ਦੀ ਹੁੰਦੀ ਹੈ ਨਾ। ਜਿਹੜੀ ਵਸਤੂ ਜਿਸ ਨੂੰ ਵੇਚ ਦਿੰਦੇ ਆ ਫਿਰ ਉਹਦਾ ਮਾਲਕ ਉਹੀ ਹੁੰਦਾ। ਬਕਾਇਦਾ ਰਜਿਸਟਰੀ ਦੇ ਵਿੱਚ ਲਿਖ ਦਿੱਤਾ ਜਾਂਦਾ ਵੀ ਅੱਜ ਤੋਂ ਬਾਅਦ ਜਿਸ ਨੂੰ ਇਹ ਚੀਜ਼ ਅਸੀਂ ਬੈਅ ਕਰ ਰਹੇ ਹਾਂ, ਵੇਚ ਰਹੇ ਹਾਂ, ਇਹਦਾ ਮਾਲਕਾਨਾ ਹੱਕ ਹੁਣ ਅੱਜ ਤੋਂ ਬਾਅਦ ਇਸੇ ਦਾ ਹੈ, ਕਬਜ਼ਾ ਇਸੇ ਦਾ ਹੈ। ਸੋ ਕਹਿਣ ਤੋਂ ਭਾਵ ਜਦੋਂ ਗੁਰਸਿੱਖ ਆਪਣਾ ਮਨ ਗੁਰੂ ਚਰਨਾਂ ਵਿੱਚ ਵੇਚ ਦਿੰਦਾ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਇਹ ਕਿਤੇ ਪਾਵਨ ਪੰਕਤੀਆਂ ਸਾਡੇ ਜੀਵਨ ਦਾ ਸਿਧਾਂਤ ਬਣ ਜਾਣ। ਜਦੋਂ ਗੁਰਸਿੱਖ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਪਣਾ ਮਨ ਅਰਪਣ ਕਰ ਦਿੰਦਾ ਤਾਂ ਮਨ ਗੁਰੂ ਚਰਨਾਂ 'ਚ ਲੀਨ ਹੋ ਗਿਆ, ਗੁਰੂ ਚਰਨਾਂ ਦੇ ਵਿੱਚ ਹੀ ਇੱਕ-ਮਿਕ ਹੋ ਗਿਆ। ਮਨ ਗੁਰੂ ਖਾਲਸਾ ਜੀ ਕੈਸੀ ਅਮੋਲਕ ਦਾਤ ਹੈ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ, ਜੋ ਸਾਨੂੰ ਸੰਸਾਰ ਦੇ ਵਿੱਚ ਮਹਾਰਾਜ ਜੀ ਨੇ, ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਜੋਤ ਸਵਰੂਪ ਵੀ ਹੈ। ਜਦੋਂ ਇਹ ਮਨ ਗੁਰੂ ਚਰਨਾਂ ਵਿੱਚ ਲੀਨ ਹੋ ਜਾਂਦਾ ਫਿਰ ਇਹ ਜੋਤ ਸਰੂਪ ਹੋ ਜਾਂਦਾ ਹੈ। ਮਨ ਦੇ ਤਿੰਨ ਹਿੱਸੇ ਅੱਜ ਕੱਲ੍ਹ ਦੇ ਸਾਇੰਸ ਦੇ ਵਿਦਵਾਨ ਵੀ ਦੱਸਦੇ ਨੇ ਕਿ ਤਿੰਨ ਪ੍ਰਕਾਰ ਦਾ ਮਨ ਹੈ। ਇੱਕ ਚੇਤਨ ਮਨ ਹੈ, ਦੂਸਰਾ ਅਰਧ ਚੇਤਨ ਮਨ ਹੈ, ਤੀਸਰਾ ਬਿਲਕੁਲ ਅਵਚੇਤਨ ਹੈ। ਜੋ ਬਿਲਕੁਲ ਹੀ ਅਵਚੇਤਨ ਹੈ ਉੱਥੇ ਤੱਕ ਸਾਡੀ ਗਮਤਾ ਨਹੀਂ ਹੁੰਦੀ। ਜਿਹੜਾ ਸਾਡਾ ਚੇਤਨ ਮਨ ਹੈ, ਚੇਤਨ ਮਨ ਦੇ ਵਿੱਚ ਸਾਡੀ ਸਾਰੀ ਜਿਹੜੀ ਸਿਮਰਤੀ ਹੈ, ਜਿਸ ਨੂੰ ਅਸੀਂ ਮਿਲੇ ਹਾਂ, ਜਿਸ ਨਾਲ ਅਸੀਂ ਗੱਲਬਾਤ ਕੀਤੀ ਹੈ, ਉਹ ਸਾਰੀ ਸਿਮਰਤੀ ਸਾਡੇ ਉਸ ਚੇਤਨ ਮਨ ਦੇ ਵਿੱਚ ਆ ਕੇ ਮਿਲ ਜਾਂਦੀ ਹੈ। ਅਚਾਨਕ ਜਿਸ ਨੂੰ ਅਸੀਂ 5-7 ਦਿਨ ਜਾਂ 5-7 ਮਹੀਨੇ ਪਹਿਲਾਂ ਮਿਲੇ ਸੀ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆਇਆ, ਅਸੀਂ ਵੇਖ ਕੇ ਪਛਾਣ ਲਿਆ ਕਿ ਇਹ ਤਾਂ ਉਹੀ ਸੱਜਣ ਹੈ, ਸਾਡਾ ਮਿੱਤਰ ਹੈ, ਫਲਾਣਾ ਸਿਉ ਇਹਦਾ ਨਾਂ ਹੈ। ਉਹ ਸਾਰੀ ਸਿਮਰਤੀ ਸਾਡੇ ਚੇਤਨ ਮਨ ਦੇ ਵਿੱਚ ਪਈ ਹੋਈ ਸੀ। ਇੱਕ ਦੂਜਾ ਅਰਧ ਚੇਤਨ ਮਨ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਚੇਤਨ ਮਨ ਦੇ ਵਿੱਚੋਂ ਡਿਲੀਟ ਹੋ ਜਾਂਦੀਆਂ ਨੇ, ਉਹ ਸਾਡੇ ਅਰਧ ਚੇਤਨ ਮਨ ਦੇ ਵਿੱਚ ਜਾ ਕੇ ਸਮਾ ਜਾਂਦੀਆਂ ਹਨ। ਕਈ ਵਾਰ ਸਾਨੂੰ ਕੋਈ ਗੱਲ ਚੇਤੇ ਨਹੀਂ ਆਉਂਦੀ ਤੇ ਗੱਲ ਕਰਦਿਆਂ ਅਸੀਂ ਭੁੱਲ ਜਾਂਦੇ ਹਾਂ, ਕਹਿੰਦੇ ਹਾਂ ਠਹਿਰ ਜਾ, ਮੈਨੂੰ ਯਾਦ ਕਰ ਲੈਣ ਦੇ, ਮੈਂ ਤੈਨੂੰ ਦੱਸਦਾ। ਫਿਰ ਅਸੀਂ ਆਪਣੀ ਸੁਰਤ ਦੇ ਉੱਤੇ ਥੋੜ੍ਹਾ ਜਿਹਾ ਜ਼ੋਰ ਪਾ ਕੇ ਉਸ ਗੱਲ ਨੂੰ ਯਾਦ ਕਰਨ ਦਾ ਯਤਨ ਕਰਦੇ ਹਾਂ। ਉਦੋਂ ਅਸੀਂ ਉਸ ਅਰਧ ਚੇਤਨ ਵਿੱਚ ਜਿਹੜੀ ਸਾਡੀ ਉਹ ਯਾਦ ਚਲੀ ਗਈ ਸੀ ਉਹਨੂੰ ਬਾਹਰ ਕੱਢ ਕੇ ਲਿਆਉਂਦੇ ਤੇ ਕਹਿੰਦੇ ਹਾਂ ਆ ਗਿਆ ਯਾਦ, ਉਹ ਫਲਾਣੀ ਚੀਜ਼ ਹੈ। ਉਹਨੂੰ ਅਰਧ ਚੇਤਨ ਮਨ ਕਹਿੰਦੇ ਹਨ। ਤੀਸਰਾ ਜਿਹੜਾ ਅਵਚੇਤਨ ਮਨ ਹੈ, ਜੋ ਅਰਧ ਚੇਤਨ ਮਨ ਦੇ ਵਿੱਚੋਂ ਵੀ ਡਿਲੀਟ ਹੋ ਜਾਂਦਾ ਹੈ, ਉਹ ਸਾਡੇ ਉਸ ਅਵਚੇਤਨ ਮਨ ਦੇ ਵਿੱਚ ਜਾ ਕੇ ਸਮਾਂਦਾ ਚਲਿਆ ਜਾਂਦਾ ਹੈ। ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ, ਗੁਰਦੇਵ ਦੀ ਕਿਰਪਾ ਦੁਆਰਾ ਜਦੋਂ ਗੁਰਮੰਤਰ ਦਾ ਅਭਿਆਸ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਵਿਚਾਰਦਿਆਂ ਸਾਧਕ ਦੇ ਅੰਦਰ ਉਹ ਜਿਹੜਾ ਅਵਚੇਤਨ ਮਨ ਹੈ ਉਹ ਜਾਗਰਤ ਹੁੰਦਾ ਹੈ। ਜਦੋਂ ਉਹ ਜਾਗਰਤ ਹੁੰਦਾ ਹੈ ਫਿਰ ਉਸ ਵਕਤ ਖਾਲਸਾ ਜੀ ਜਿਤਨਾ ਵੀ ਤਤਵ ਗਿਆਨ ਹੈ ਉਹ ਜੋਤ ਸਵਰੂਪ ਹੋਣ ਦਾ, ਉਹ ਅੰਦਰੋਂ ਸਫੁਰਤ ਹੋ ਜਾਂਦਾ ਹੈ। ਜਿਸ ਪ੍ਰਕਾਰ ਨਾਲ ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਆਪਾਂ ਇੱਕ ਬਚਨ ਚੇਤੇ ਕਰੀਏ ਤਾਂ ਜੋ ਇਹ ਗੱਲ ਸਪਸ਼ਟ ਹੋ ਜਾਏ। ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ 8ਵੇਂ ਪਾਤਸ਼ਾਹ ਅਸ਼ਟਮ ਬਲਬੀਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪਹੁੰਚੇ। ਇੱਥੇ ਪੰਡਤ ਨੇ, ਲਾਲ ਚੰਦ ਨੇ ਸਤਿਗੁਰਾਂ ਤੇ ਸੰਦੇਹ ਪ੍ਰਗਟ ਕੀਤਾ, ਗੀਤਾ ਦੇ ਅਰਥ ਕਰੋ। ਗਰੀਬ ਨਵਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਤੂੰ ਆਪਣੀ ਮਰਜ਼ੀ ਦਾ ਕੋਈ ਵਿਅਕਤੀ ਚੁਣ ਕੇ ਲੈ ਆ। ਛੱਜੂ ਨਾਮ ਦਾ ਇੱਕ ਚੀਵਰ ਜਾਤੀ ਦਾ ਵਿਅਕਤੀ ਜੋ ਮੁਖ ਤੋਂ ਗੂੰਗਾ, ਕੰਨਾਂ ਤੋਂ ਬੋਲਾ ਹੈ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਲਿਆਂਦਾ ਹੈ। ਗੁਰਦੇਵ ਜੀ ਉਹਦੇ ਸਿਰ ਤੇ ਛੜੀ ਰੱਖਦੇ ਨੇ। ਉਹ ਛੜੀ ਰੱਖ ਕੇ ਆਪਣੀ ਸ਼ਕਤੀ ਦਾ ਸੰਚਾਰ ਉਹਦੇ ਅੰਦਰ ਇਸ ਪ੍ਰਕਾਰ ਨਾਲ ਕਰਦੇ ਨੇ ਕਿ ਉਹ ਜਿਹੜਾ ਅਵਚੇਤਨ ਮਨ ਸੀ ਉਸ ਦਾ,
ਜੋ ਬਿਲਕੁਲ ਹੀ ਸੁੱਤਾ ਪਿਆ ਸੀ, ਉਸ ਅਵਚੇਤਨ ਮਨ ਨੂੰ ਮਹਾਰਾਜ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਜਗਾ ਦਿੱਤਾ ਔਰ ਉਸ ਅਵਚੇਤਨ ਮਨ ਦੇ ਵਿੱਚ ਸਾਰੇ ਸ਼ਾਸਤਰਾਂ ਦਾ, ਸਮਸਤ ਬ੍ਰਹਿਮੰਡ ਦਾ ਗਿਆਨ, ਜੋ ਬ੍ਰਹਮੰਡੇ ਸੋਈ ਪਿੰਡੇ, ਉਸੇ ਵਿੱਚ ਹੀ ਸਮਿਲਿਤ ਹੋਇਆ ਸੀ। ਜਿਸ ਵਕਤ ਉਹ ਅਵਚੇਤਨ ਮਨ ਗੁਰੂ ਕਰੁਣਾ ਦੇ ਨਾਲ ਜਾਗਿਆ, ਉਹੀ ਛੱਜੂ ਚੀਵਰ ਆਪਣੀ ਰਸਨਾ ਤੋਂ ਬੋਲਿਆ, ਕਹਿਣ ਲੱਗਾ, ਪੰਡਤ ਜੀ ਕਸਮ ਨੇ ਸ਼ਾਸਤਰਾ ਪ੍ਰਵਿਰਤਾ। ਦੱਸੋ, ਕੇਵਲ ਗੀਤਾ ਦੀ ਬਾਤ ਨਹੀਂ ਰਹੀ, ਹੁਣ ਦੁਨੀਆ ਦੇ ਕਿਸ ਸ਼ਾਸਤਰ ਦੇ ਵਿੱਚ, ਮੀਮਾਂਸਾ ਵਿੱਚ, ਨਿਆਏ ਵਿੱਚ, ਵੇਦਾਂਤ ਵਿੱਚ, ਸਾਖ ਵਿੱਚ, ਦੱਸੋ ਯੋਗ ਵਿੱਚ ਕਿਸ ਸ਼ਾਸਤਰ ਦੇ ਵਿੱਚ ਪ੍ਰਵਿਰਤੀ ਕਰਨਾ ਚਾਹੁੰਦੇ ਹੋ, ਕਿਸ ਸ਼ਾਸਤਰ ਦੀ ਚਰਚਾ ਕਰਨਾ ਚਾਹੁੰਦੇ ਹੋ? ਗੁਰਦੇਵ ਦੀ ਦਇਆ ਨਾਲ ਜਦੋਂ ਉਹ ਅਵਚੇਤਨ ਮਨ ਜਾਗਰਤ ਹੁੰਦਾ ਹੈ, ਫਿਰ ਅੱਖਾਂ ਤੋਂ ਬਿਨਾਂ ਵੇਖਣ ਦੀ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਇਹਨਾਂ ਪਾਵਨ ਪੰਕਤੀਆਂ ਦੇ ਅਰਥ ਵੱਡਿਆਂ ਮਹਾਂਪੁਰਸ਼ਾਂ ਨੇ ਕਈ ਪ੍ਰਕਾਰ ਦੇ ਕੀਤੇ ਹਨ ਕਿ ਇਹਨਾਂ ਹੱਡ ਚੰਮ ਦੇ ਨੇਤਰਾਂ ਤੋਂ ਬਿਨਾਂ ਕਿੱਥੇ ਕੀ ਵਰਤ ਰਿਹਾ ਹੈ, ਵੇਖਣ ਦੀ ਦ੍ਰਿਸ਼ਟੀ ਉਸੇ ਅਵਚੇਤਨ ਮਨ ਦੇ ਵਿੱਚ ਜਾਗ ਪੈਂਦੀ ਹੈ। ਬਿਨਾਂ ਕੰਨਾਂ ਤੋਂ ਹਜ਼ਾਰਾਂ ਕੋਹਾਂ ਤੇ ਦੂਰ ਬੈਠਾ ਕੌਣ ਵਿਅਕਤੀ ਕੀ ਗੱਲ ਕਰ ਰਿਹਾ ਹੈ, ਉਸ ਅਵਚੇਤਨ ਮਨ ਦੇ ਵਿੱਚੋਂ ਜਦੋਂ ਸ਼ਕਤੀ ਜਾਗਰਤ ਹੁੰਦੀ ਹੈ ਤਾਂ ਉਹ ਸੁਣਨ ਦਾ ਭਾਵ ਉੱਥੋਂ ਪਤਾ ਲੱਗ ਜਾਂਦਾ। ਬਿਨਾਂ ਕੰਨਾਂ ਤੋਂ ਹਜ਼ਾਰਾਂ ਕੋਹਾਂ ਤੱਕ ਸੁਣਿਆ ਜਾ ਸਕਦਾ ਹੈ। ਇਹ ਕਿਰਿਆ ਸੁਤੇ ਸਿਧ ਵਰਤਦੀ ਜਦੋਂ ਗੁਰੂ ਪਾਤਸ਼ਾਹ ਜੀ ਦੀ ਦਇਆ ਹੋਵੇ, ਕਿਰਪਾ ਹੋਵੇ। ਇਸ ਪ੍ਰਕਾਰ ਨਾਲ 3 ਹਿੱਸਿਆਂ ਵਿੱਚ ਮਨ ਵੰਡਿਆ ਜਾਂਦਾ ਹੈ। ਧਰਮ ਗ੍ਰੰਥਾਂ ਦੇ ਵਿੱਚ ਮਨ ਦੀ ਪਰਿਭਾਸ਼ਾ ਸੰਕਲਪ ਵਿਕਲਪਾਂ ਦੇ ਸਮੂਹ ਦੀ ਹੈ। ਜਿਤਨੇ ਸਾਡੇ ਫੁਰਨੇ ਕਫੁਰਨੇ ਸੰਕਲਪ ਵਿਕਲਪ ਨੇ, ਉਹਨਾਂ ਦਾ ਮਨ ਬਣਦਾ ਹੈ। ਸਾਡੇ ਸਰੀਰ ਦੇ 5 ਕੋਸ਼ਾਂ ਦੇ ਵਿੱਚੋਂ ਇੱਕ ਕੋਸ਼ ਮਨੋਮය ਕੋਸ਼ ਵੀ ਹੈ। ਇੱਕ ਪ੍ਰਕਾਰ ਦਾ ਪੜਦਾ ਹੈ ਜਿਸ ਨੂੰ ਲੰਘ ਕੇ ਅੱਗੇ ਜਾਇਆ ਜਾਂਦਾ ਹੈ। ਪਰ ਜਦੋਂ ਅੱਗੇ ਲੰਘ ਕੇ ਜਾਇਆ ਜਾਏ, ਉਸ ਵਕਤ ਫਿਰ ਇਹ ਮਨ ਜੋਤ ਸਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਵੀ ਮਹਾਂਪੁਰਸ਼ ਦੱਸਦੇ ਹੈ ਕਿ ਇਹ ਮਨ ਸਫਟਕ ਦੀ ਮਣੀ ਦੇ ਸਮਾਨ ਹੈ। ਜਿਸ ਵੀ ਰੰਗ ਤੇ ਰੱਖੀ ਉਹੋ ਜਿਹਾ ਰੰਗ ਗ੍ਰਹਿਣ ਕਰ ਲੈਂਦਾ ਹੈ। ਇਹਦਾ ਆਪਣਾ ਕੋਈ ਰੰਗ ਨਹੀਂ, ਪਰ ਜਿਸ ਰੰਗ ਤੇ ਰੱਖੀ ਉਹੋ ਜਿਹਾ ਹੋ ਜਾਂਦਾ ਹੈ। ਜੇ ਇਸ ਮਨ ਨੂੰ ਬਾਹਰ ਮੁਖੀ ਕਰਕੇ ਸੰਸਾਰ ਦੇ ਰੰਗਾਂ ਵਿੱਚ ਮਸਤ ਕਰ ਦਈਏ ਤੇ ਸੰਸਾਰੀ ਹੋ ਜਾਂਦਾ ਹੈ। ਜੇ ਇਸੇ ਮਨ ਨੂੰ ਗੁਰ ਸ਼ਬਦ ਦਾ ਅਭਿਆਸ ਕਰਦਿਆਂ ਅੰਤਰਮੁਖੀ ਕਰ ਲਈਏ ਤਾਂ ਫਿਰ ਇਹ ਮਨ ਜੋਤ ਸਰੂਪ ਹੋ ਕੇ ਨਿਰੰਕਾਰੀ ਹੋ ਜਾਂਦਾ ਹੈ। ਜਦੋਂ ਸਾਧਕ ਆਪਣਾ ਮਨ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਵਿੱਚ ਲੀਨ ਕਰ ਦਿੰਦਾ ਹੈ ਤਾਂ ਫਿਰ ਇਸ ਮਨ ਦੇ ਅੰਦਰ ਉੱਠਣ ਵਾਲੀਆਂ ਜਿਤਨੀਆਂ ਵੀ ਭੁੱਖਾਂ ਨੇ, ਜਿਤਨੇ ਵੀ ਲਾਲਚ ਨੇ, ਜਿਤਨੀਆਂ ਵੀ ਤ੍ਰਿਸ਼ਨਾਵਾਂ ਨੇ, ਉਹ ਸਾਰੀਆਂ ਸ਼ਾਂਤ ਹੋ ਜਾਂਦੀਆਂ ਹਨ। ਸੇ ਜਨ ਤ੍ਰਿਪਤ ਅਗਾਈ, ਉਹ ਜਨ ਤ੍ਰਿਪਤ ਹੋ ਜਾਂਦੇ ਹਨ। ਉਹਨਾਂ ਦਾ ਮਨ ਸदैवी ਕਾਲ ਲਈ ਰੱਜ ਜਾਂਦਾ ਹੈ। ਉਹਨਾਂ ਨੂੰ ਨਾ ਇਸ ਲੋਕ ਦੇ ਸੁੱਖਾਂ ਦੀ ਕੋਈ ਕਾਂਖਾ ਰਹਿੰਦੀ ਹੈ। ਅਗਾਈ, ਕਿਉਂਕਿ ਤ੍ਰਿਪਤ ਤੇ ਅਗਾਈ 2 ਸ਼ਬਦ ਵਰਤੇ ਨੇ। ਤ੍ਰਿਪਤ ਦਾ ਮਤਲਬ ਵੀ ਹੁੰਦਾ ਰੱਜ ਜਾਣਾ, ਅਗਾਈ ਦਾ ਮਤਲਬ ਵੀ ਹੁੰਦਾ ਰੱਜ ਜਾਣਾ। ਕਹਿੰਦੇ ਇਸ ਲੋਕ ਦੇ ਸੁੱਖਾਂ ਵੱਲੋਂ ਵੀ ਉਹ ਰੱਜ ਜਾਂਦਾ ਹੈ ਔਰ ਪਰਲੋਕ ਦੇ ਸੁੱਖਾਂ ਵੱਲੋਂ ਵੀ ਉਹ ਰੱਜ ਜਾਂਦਾ। ਉਹਨੂੰ ਲੋਕ ਪਰਲੋਕ ਦੋਨਾਂ ਸੁੱਖਾਂ ਦੀ ਕਾਂਖਾ ਨਹੀਂ ਰਹਿੰਦੀ। ਉਹਦੇ ਅੰਦਰ ਕੇਵਲ ਇਹੀ ਇੱਛਾ ਬਣੀ ਰਹਿੰਦੀ ਹੈ, ਮਹਾਰਾਜ ਮੇਰਾ ਇਹ ਮਨ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਮੌਜ ਨੂੰ ਆਦ ਤੋਂ ਅੰਤ ਤੱਕ ਮਾਣਦਾ ਰਹੇ, ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਹੀ ਮਿਲਿਆ ਰਹੇ। ਜਿਸ ਦਾ ਮਨ ਗੁਰੂ ਚਰਨ ਕਮਲਾਂ ਦੇ ਨਾਲ ਮਿਲ ਜਾਂਦਾ ਹੈ, ਉਹ ਸदैवी ਕਾਲ ਲਈ ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਗੁਰਮੁਖਾਂ ਦਾ ਇਤਿਹਾਸ ਪੜ੍ਹੀਏ, ਖਾਲਸੇ ਪੰਥ ਦਾ ਇਤਿਹਾਸ ਪੜ੍ਹੀਏ। ਗੁਰੂ ਖਾਲਸਾ ਜੀ ਜਥੇਦਾਰ ਸਰਦਾਰ ਹਰੀ ਸਿੰਘ ਜੀ ਭੰਗੀ ਖਾਲਸੇ ਪੰਥ ਦੀਆਂ 12 ਮਿਸਲਾਂ ਸਨ। ਭੰਗੀਆਂ ਦੀ ਮਿਸਲ ਦੇ ਜਥੇਦਾਰ ਸਨ ਸਰਦਾਰ ਹਰੀ ਸਿੰਘ ਜੀ। ਅਬਦਾਲੀ ਦੇ ਨਾਲ ਇਹਨਾਂ ਨੇ ਟੱਕਰ ਲਈ। 12 ਮਿਸਲਾਂ ਵਿੱਚੋਂ ਸਭ ਤੋਂ ਬਲਵਾਨ ਮਿਸਲ ਭੰਗੀਆਂ ਦੀ ਮਿਸਲ ਰਹੀ ਹੈ। ਅਬਦਾਲੀ ਜਿਸ ਵਕਤ ਆਇਆ ਲਾਹੌਰ ਤੇ ਕਬਜ਼ਾ ਕਰਨ ਲਈ, ਤੇ ਪਹਿਲਾਂ ਹਰੀ ਸਿੰਘ ਭੰਗੀ ਜੀ ਦਾ ਇੱਥੇ ਲਾਹੌਰ ਦੇ ਉੱਤੇ ਕਬਜ਼ਾ ਸੀ। ਉੱਥੋਂ ਸਿੰਘ ਹਰਨ ਭਰਨ ਹੋ ਗਏ। ਲਾਹੌਰ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਨੇ ਅਬਦਾਲੀ ਨਾਲ ਮੁਲਾਕਾਤ ਕੀਤੀ।
ਕਹਿਣ ਲੱਗੇ ਤੂੰ ਆਪਣੇ ਕਿਸੇ ਬੰਦੇ ਨੂੰ ਇੱਥੋਂ ਜਥੇਦਾਰ ਬਣਾਏਗਾ ਜਾਂ ਇੱਥੋਂ ਦਾ ਸੂਬਾ ਬਣਾਵੇਂਗਾ, ਸੂਬੇਦਾਰ ਬਣਾਵੇਂਗਾ, ਤੇ ਸਿੰਘਾਂ ਨੇ ਫੇਰ ਆ ਕੇ ਉਹਦੇ ਕੋਲੋਂ ਸੂਬੇਦਾਰੀ ਖੋਹ ਲੈਣੀ ਹੈ। ਇਹਦੇ ਨਾਲੋਂ ਚੰਗਾ ਹੈ ਕਿ ਤੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਸੱਦ ਕੇ ਲਾਹੌਰ ਦਾ ਨਵਾਬ ਬਣਾ ਦੇ, ਸੂਬੇਦਾਰੀ ਦੇ ਦੇ। ਅਬਦਾਲੀ ਨੇ ਬਹੁਤ ਸਾਰੇ ਟੋਕਰੇ ਭਰ ਕੇ ਜੋ ਕਾਬਲ ਦੇ ਇਲਾਕੇ ਦੇ ਮੇਵੇ ਸਨ, ਉਹ ਮੇਵੇ ਸਰਦਾਰ ਹਰੀ ਸਿੰਘ ਜੀ ਦੇ ਪਾਸ ਭੇਜੇ। ਇਹ ਵਾਰਤਾ ਸੋਹਣ ਸਿੰਘ ਜੀ ਸ਼ੀਤਲ ਨੇ ਜੋ 12 ਮਿਸਲਾਂ ਤੇ ਸਿੱਖ ਘਰਾਣੇ ਨਾਮਕ ਇੱਕ ਪੁਸਤਕ ਲਿਖੀ ਹੈ, ਸਿੱਖਾਂ ਦੇ ਪੜ੍ਹਨ ਯੋਗ ਹੈ। ਮੈਂ ਅਕਸਰ ਕਥਾ ਦੇ ਵਿੱਚ ਪੁਸਤਕਾਂ ਦਾ ਜ਼ਿਕਰ ਤਾਂ ਕਰਦਾ ਹਾਂ ਤਾਂ ਜੋ ਸਾਡੇ ਅੰਦਰ ਪੁਸਤਕਾਂ ਨੂੰ ਪੜ੍ਹਨ ਦੀ ਰੁਚੀ ਜਾਗੇ। ਉਹਦੇ ਵਿੱਚ ਵਿਥਿਆ ਸੋਹਣ ਸਿੰਘ ਜੀ ਸ਼ੀਤਲ ਜੋ ਪੰਥ ਦੇ ਪ੍ਰਸਿੱਧ ਢਾਡੀ ਹੋਏ ਨੇ, ਤਿਨਾਂ ਨੇ ਲਿਖੀ ਹੈ। ਕਹਿੰਦੇ ਜਿਸ ਵਕਤ ਉਹ ਮੇਵੇ ਹਰੀ ਸਿੰਘ ਜੀ ਦੇ ਪਾਸ ਭੇਜੇ, ਸਰਦਾਰ ਹਰੀ ਸਿੰਘ ਜੀ ਨੇ ਇੱਕ ਮੁੱਠ ਭੁੱਜੇ ਹੋਏ ਛੋਲਿਆਂ ਦੀ ਦੇ ਕੇ ਆਖਿਆ ਕਿ ਸਾਡੀ ਤਾਂ ਆਹ ਖੁਰਾਕ ਹੈ, ਇਹ ਮੇਵੇ ਜਾਂ ਇਸ ਪ੍ਰਕਾਰ ਦੀਆਂ ਆ ਜਿਹੜੀਆਂ ਵਸਤੂਆਂ ਨੇ ਪਾਤਸ਼ਾਹੀ ਖੁਰਾਕਾਂ ਨੇ। ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਫੌਜ ਦਾ ਸਿਪਾਹੀ ਹਾਂ ਤੇ ਸਿਪਾਹੀਆਂ ਦੀ ਖੁਰਾਕ ਸਾਡੀ ਆ ਹੈ। ਸਾਨੂੰ ਜਿਹੜਾ ਆਨੰਦ ਇਸ ਛੋਲਿਆਂ ਦੀ ਮੁੱਠ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ, ਉਹ ਆਨੰਦ ਤੁਹਾਡੇ ਨਾ ਮੇਵਿਆਂ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਅਬਦਾਲੀ ਦੀ ਦਿੱਤੀ ਨਵਾਬੀ ਨਹੀਂ ਅਸੀਂ ਲੈਣੀ। ਜੇ ਨਵਾਬੀ ਲਵਾਂਗੇ, ਸੂਬੇਦਾਰੀ ਲਵਾਂਗੇ, ਤਾਂ ਅਸੀਂ ਆਪਣੀ ਤੇਗ ਦੇ ਜ਼ੋਰ ਨਾਲ ਲਵਾਂਗੇ। ਇਹ ਸੰਤੋਖ ਦੀ ਬਿਰਤੀ ਸੀ, ਸਬਰ ਦੀ ਬਿਰਤੀ ਸੀ ਸਾਡੇ ਪੰਥ ਦੇ ਜਰਨੈਲਾਂ ਦੇ ਅੰਦਰ, ਕਿ ਜਦੋਂ ਉਸ ਵੇਲੇ ਦੇ ਹਾਕਮਾਂ ਵੱਲੋਂ ਉਹਨਾਂ ਨੂੰ ਅਨੇਕ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਸਨ, ਤੇ ਉਸ ਲਾਲਚ ਦਾ ਪ੍ਰਤਿਆਗ ਕਰਕੇ ਤਿਨਾਂ ਦੇ ਅੰਦਰ ਐਸਾ ਸਬਰ ਤੇ ਸੰਤੋਖ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ, ਇਤਨਾ ਸਬਰ, ਇਤਨਾ ਸੰਤੋਖ ਕਿ ਉਸ ਵੇਲੇ ਲਾਲਚ ਦਿੱਤੇ ਜਾਂਦੇ ਹਨ ਅਨੇਕ ਪ੍ਰਕਾਰ ਦੇ ਕਿ ਤੁਹਾਨੂੰ ਨਵਾਬੀਆਂ ਦੇ ਦਿਆਂਗੇ। ਨਹੀਂ ਤਾਂ ਬੱਚੇ ਨੂੰ ਭਰਮਾਉਣ ਦਾ ਕੋਈ ਔਖੀ ਬਾਤ ਨਹੀਂ। ਇੱਕ ਛੋਟੀ ਜਿਹੀ ਚੋਕਲੇਟ ਵਿਖਾ ਕੇ, ਖਾਣ ਦੀ ਕੋਈ ਵਸਤੂ ਵਿਖਾ ਕੇ ਉਹਨੂੰ ਭਰਮਾਇਆ ਜਾ ਸਕਦਾ ਹੈ, ਲਾਲਚੀ ਬਣਾਇਆ ਜਾ ਸਕਦਾ ਹੈ। 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਸਾਡੇ ਬਾਬਿਆਂ ਨੇ ਉਸ ਵਕਤ ਸਮੇਂ ਦੀਆਂ ਸਰਕਾਰਾਂ ਦੀਆਂ ਨਵਾਬੀਆਂ ਨੂੰ ਠੋਕਰਾਂ ਮਾਰ ਦਿੱਤੀਆਂ। ਇਹ ਸਬਰ ਤੇ ਸੰਤੋਖ ਦੀ ਬਿਰਤੀ ਉਹਨਾਂ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਆਸਰੇ ਕਰਕੇ ਬਣੀ ਹੋਈ ਹੈ। ਗੁਰੂ ਖਾਲਸਾ ਜੀ ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਦਾ ਆਸਰਾ ਹੈ, ਉਹਨਾਂ ਨੇ ਸੰਤੋਖ ਨੂੰ ਹੀ ਆਪਣੇ ਕੰਨਾਂ ਦੀਆਂ ਮੁੰਦਰਾਂ ਬਣਾਇਆ ਹੋਇਆ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਉਹਨਾਂ ਨੇ ਇਹੀ ਸੰਤੋਖ ਦੀਆਂ ਮੁੰਦਰਾਂ ਆਪਣੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਨੇ। ਪਰਾਲਬਧ ਦੇ ਉੱਤੇ ਸੰਤੁਸ਼ਟ ਰਹਿਣਾ, ਜਥਾ ਲਾਭ ਸੰਤੁਸ਼ਟਾ ਹੈ, ਕੁਝ ਵੀ ਨਾ ਮਿਲੇ ਫਿਰ ਵੀ ਸੰਤੁਸ਼ਟੀ ਦੀ ਬਿਰਤੀ ਰੱਖਣੀ। ਇਹ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੀ ਹੋਈ ਹੈ। ਜਿਨ੍ਹਾਂ ਦਾ ਮਨ ਗੁਰੂ ਚਰਨ ਕਮਲਾਂ ਦੇ ਨਾਲ ਲੀਨ ਹੈ, ਗੁਰੂ ਖਾਲਸਾ ਜੀ, ਉਹ ਸदैਵੀ ਕਾਲ ਵਾਸਤੇ ਤ੍ਰਿਪਤ ਤੇ ਰੱਜ ਜਾਂਦੇ ਹਨ। ਹਰ ਆਰਾਧੇ ਅਰੋਗ ਅਨਦਾਈ, ਗੋਣਿਆਂ ਮੋਲ, ਦੁਬਾਰਾ ਪੜੋ। ਗੋਣਿਆਂ ਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਹੁਣ ਸਵਾਲ ਹੈ ਜੀ, ਕਿਹੜੇ ਬੰਦੇ ਲਾਲਚੀ ਹੁੰਦੇ ਐ, ਕਿਹਨਾਂ ਦੇ ਅੰਦਰ ਤ੍ਰਿਸ਼ਨਾ ਜਾਗਦੀ ਹੈ? ਕਿਹੜੇ ਲੋਕ ਨੇ ਜਿਹੜੇ ਤ੍ਰਿਸ਼ਨਾ ਸਹਿਤ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਸੰਸਾਰ ਦੇ ਪਦਾਰਥਾਂ ਨੂੰ ਇਕੱਤਰ ਕਰਨ ਵਿੱਚ ਲੱਗੇ ਹੋਏ ਨੇ? ਉਹ ਕੌਣ ਹਨ? ਪਰ ਤ੍ਰਿਸ਼ਨਾ ਤਾਂ ਬੁਝਦੀ ਨਹੀਂ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਕੇ। ਕਦੇ ਵੇਖਿਆ ਕਿਸੇ ਨੇ 1000 ਕਮਾਉਣ ਤੋਂ ਬਾਅਦ ਆਖਿਆ ਹੋਵੇ ਵੀ ਮੈਨੂੰ ਹੋਰ ਨਹੀਂ? 1000 ਤੋਂ ਬਾਅਦ ਉਹ ਲੱਖ ਵੱਲ ਵੱਧਦਾ, ਲੱਖ ਤੋਂ ਬਾਅਦ ਕਰੋੜਾਂ ਵੱਲ ਵੱਧਦਾ, ਕਰੋੜਾਂ ਤੋਂ ਅਰਬਾਂ ਖਰਬਾਂ ਤੱਕ ਵੀ ਪਹੁੰਚ ਜਾਏ, ਫਿਰ ਵੀ ਸੰਤੁਸ਼ਟੀ ਤਾਂ ਨਹੀਂ। ਅਸੀਂ ਆਪਾਂ ਸਾਰੇ ਭਰਾ ਬੈਠੇ ਹਾਂ, ਸੰਗਤ ਬੈਠੇ ਹਾਂ, ਵਿਚਾਰ ਕਰੀਏ ਕਿ ਅਸੀਂ ਜਿਹੜਾ ਕਿੱਤਾ ਕਰਦੇ ਹਾਂ, ਸਾਡਾ ਜਿਹੜਾ ਵੀ ਕੋਈ ਕੰਮ ਹੈ, ਜਿਹੜੀ ਵੀ ਅਸੀਂ ਕਿਰਤ ਕਰਦੇ ਹਾਂ, ਚਾਹੇ ਅਸੀਂ ਦੁਕਾਨਦਾਰੀ ਕਰਦੇ ਹੋਈਏ। ਇੱਕ ਦੁਕਾਨਦਾਰ ਜੇ ਕਿਸੇ ਨੌਕਰੀ ਪੇਸ਼ੇ ਵਾਲੇ ਬੰਦੇ ਨੂੰ ਮਿਲਦਾ ਹੈ, ਜਿਸ ਦੀ ਕੋਈ ਪੱਕੀ ਨੌਕਰੀ ਹੋਵੇ, ਤਾਂ ਉਹਨੂੰ ਕਹਿੰਦਾ ਯਾਰ ਤੁਹਾਡਾ ਕੰਮ ਬੜਾ ਵਧੀਆ ਹੈ, ਨੌਕਰੀ ਹੈ ਪੱਕੀ, ਤੁਹਾਨੂੰ ਤਨਖਾਹ ਜਿਹੜੀ ਮਹੀਨੇ ਦੀ ਵਜ੍ਹਵੀਂ ਮਿਲ ਜਾਂਦੀ ਹੈ,
ਅਸੀਂ ਤਾਂ ਵੇਖਦੇ ਰਹਿੰਦੇ ਹਾਂ ਸਵੇਰ ਤੋਂ ਸ਼ਾਮ ਤੱਕ ਵੀ ਕੋਈ ਗਾਹਕ ਆਵੇ ਕਿ ਨਾ ਆਵੇ। ਨੌਕਰੀ ਵਾਲਾ ਬੰਦਾ ਦੁਕਾਨਦਾਰ ਨੂੰ ਕਹਿੰਦਾ ਸੁਣਿਆ ਜਾਂਦਾ ਹੈ, ਉਹ ਕਹਿੰਦਾ ਭਾਈ ਤੁਹਾਡਾ ਕੰਮ ਵਧੀਆ, ਅਸੀਂ ਤਾਂ ਬੱਝ ਕੇ ਸਾਨੂੰ ਡਿਊਟੀ ਕਰਨੀ ਪੈਂਦੀ, ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਜਦੋਂ ਮਰਜ਼ੀ ਦੁਕਾਨ ਖੋਲੋ, ਜਦੋਂ ਮਰਜ਼ੀ ਬੰਦ ਕਰੋ, ਤੁਹਾਡਾ ਕੰਮ ਵਧੀਆ ਹੈ। ਯਾਨੀ ਕਿ ਹਰ ਇੱਕ ਨੂੰ ਇੱਕ ਤੋਂ ਦੂਜੇ ਦਾ ਕੰਮ ਚੰਗਾ ਲੱਗਦਾ, ਜੋ ਕੰਮ ਆਪ ਕਰ ਰਿਹਾ ਉਹਦੇ ਵਿੱਚ ਉਹਨੂੰ ਸੰਤੁਸ਼ਟੀ ਨਹੀਂ ਹੈ, ਉਹਦੇ 'ਚ ਉਹਨੂੰ ਸਬਰ ਦੀ ਬਿਰਤੀ ਨਹੀਂ ਹੈ। ਅਕਸਰ ਸਾਡੇ ਧਾਰਮਿਕ ਖਿੱਤੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਉਦੋਂ ਰਾਗੀ ਸਿੰਘਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਤੁਸੀਂ ਕੀਰਤਨ ਕਰਦੇ ਹੋ, ਤੁਹਾਡਾ ਬੜਾ ਵਧੀਆ ਸਤਿਗੁਰਾਂ ਦੀ ਸੇਵਾ ਹੈ। ਉਹ ਸਾਨੂੰ ਕਹਿ ਦਿੰਦੇ ਆ ਜੀ ਤੁਸੀਂ ਤਾਂ ਕਥਾਕਾਰ ਹੋ, ਕਥਾ ਕਰਦੇ ਹੋ, ਤੁਹਾਡਾ ਕੰਮ ਵਧੀਆ ਹੈ। ਸੋ ਕਹਿਣ ਤੋਂ ਭਾਵ ਜਿਸ ਪ੍ਰਕਾਰ ਦਾ ਅਸੀਂ ਕੋਈ ਵੀ ਕਾਰਜ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਦੂਜੇ ਵੱਲ ਵੇਖ ਕਰਕੇ ਅਸੀਂ ਆਪਣਾ ਸਬਰ ਤੇ ਆਪਣੀ ਸੰਤੁਸ਼ਟੀ ਨੂੰ ਤਿਆਗ ਦਿੰਦੇ ਹਾਂ। ਗੁਰੂ ਖਾਲਸਾ ਜੀ, ਸੰਤੁਸ਼ਟੀ ਕਿਹਨਾਂ ਲੋਕਾਂ ਦੇ ਹਿਰਦੇ ਵਿੱਚ ਨਹੀਂ ਹੁੰਦੀ? ਕੌਣ ਹਨ ਉਹ ਲੋਕ ਜਿਨ੍ਹਾਂ ਦੇ ਹਿਰਦਿਆਂ ਵਿੱਚ ਤ੍ਰਿਸ਼ਨਾ ਦੇ ਸਹਿਤ ਜਿਹੜੇ ਤ੍ਰਿਖਾ ਤੁਰੀ ਰਹਿੰਦੇ ਨੇ, ਹਰ ਵੇਲੇ ਉਹਨਾਂ ਦੇ ਅੰਦਰ ਪਦਾਰਥਾਂ ਦੀ ਭੁੱਖ ਬਣੀ ਰਹਿੰਦੀ ਹੈ? ਕੌਣ ਹਨ ਉਹ? ਜਗਤ ਗੁਰੂ ਪੰਜਵੇਂ ਪਾਤਸ਼ਾਹ ਜੀ ਦੱਸਦੇ ਨੇ, ਉਹ ਲੋਕ ਹਨ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ। ਉਹ ਅਮੋਲਕ ਗੁਣਾਂ ਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਨਹੀਂ ਵਸਿਆ, ਉਹ ਲੋਕ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਤ੍ਰਿਸ਼ਨਾ ਔਰ ਸੰਸਾਰ ਦੇ ਪਦਾਰਥਾਂ ਦਾ ਲਾਲਚ ਬਣਿਆ ਰਹਿੰਦਾ। ਉਹ ਲੋਕ ਉਹ ਹਨ ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਣਾਂ ਦਾ ਦਾਤਾ, ਅਮੋਲਕ ਗੁਣਾਂ ਦਾ ਦਾਤਾ। ਦੱਸੋ ਭਾਈ, ਕਿਸੇ ਗੁਣ ਦਾ ਕੋਈ ਮੁੱਲ ਹੈ? ਸੰਸਾਰ ਦੇ ਜਿਹੜੇ ਸੰਸਾਰੀ ਗੁਣ ਨੇ ਉਹਨਾਂ ਦਾ ਵੀ ਕੋਈ ਮੁੱਲ ਨਹੀਂ ਹੈ। ਜਿਹੜੇ ਅਧਿਆਤਮਿਕ ਜਗਤ ਦੇ ਗੁਣ ਹਨ, ਸਤ, ਸੰਤੋਖ, ਦਇਆ, ਖਿਮਾ, ਇਹ ਜਿਤਨੇ ਸਮਦਮ ਆਦਿਕ ਸ਼ੁਭ ਗੁਣ ਦੱਸੇ ਜਾਂਦੇ ਨੇ ਧਰਮ ਗ੍ਰੰਥਾਂ ਵਿੱਚ, ਇਹਨਾਂ ਗੁਣਾਂ ਦਾ ਕੋਈ ਮੁੱਲ ਹੈ? ਕਿਤੇ ਮੁੱਲ ਦੇ ਕੇ ਦੁਕਾਨ ਤੋਂ ਖਰੀਦੇ ਜਾ ਸਕਦੇ ਨੇ? ਇਸ ਕਰਕੇ ਗੁਰਦੇਵ ਇਹਨਾਂ ਨੂੰ ਅਮੋਲਕ ਗੁਣ ਕਹਿੰਦੇ ਹਨ। ਔਰ ਇਹ ਅਮੋਲਕ ਗੁਣਾਂ ਦਾ ਦਾਤਾ ਕੌਣ ਹੈ? ਇਹ ਗੁਣ ਕਿਹਦੇ ਕੋਲ ਨੇ? ਇਹਨਾਂ ਅਮੋਲਕ ਗੁਣਾਂ ਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ। ਔਰ ਉਹ ਵਾਹਿਗੁਰੂ ਜਿਹੜਾ ਇਹਨਾਂ ਅਮੋਲਕ ਗੁਣਾਂ ਦਾ ਦਾਤਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ ਵਸਦਾ, ਜਾਂ ਇਸ ਤਰ੍ਹਾਂ ਕਹਿ ਲਈਏ ਜਿਨ੍ਹਾਂ ਦੇ ਹਿਰਦੇ 'ਚ ਸਾਖਸ਼ਾਤਕਾਰ ਨਹੀਂ ਹੁੰਦਾ। ਵਸਦਾ ਤਾਂ ਸਾਰਿਆਂ ਦੇ ਅੰਦਰ ਹੀ ਆ ਪ੍ਰਮਾਤਮਾ। ਆਪਾਂ ਜਿੰਨੇ ਬੈਠੇ ਆ ਸਾਡੇ ਸਾਰਿਆਂ ਵਿੱਚ ਹੀ ਪਰਮੇਸ਼ਰ ਦੀ ਜੋਤ ਹੈ। ਪ੍ਰਬੁੱਧ ਚੇਤਨ ਹੋ ਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਆ, ਪ੍ਰਬੁੱਧ ਚੇਤਨ ਹੋ ਕੇ ਆਪਾਂ ਸਾਰੇ ਸੁਣਦੇ ਹਾਂ। ਪਰਮਾਤਮਾ ਦੀ ਜੋਤ ਤਾਂ ਸਾਰਿਆਂ ਵਿੱਚ ਹੀ ਆ, ਨਿਰੰਕਾਰ ਸਾਰਿਆਂ ਵਿੱਚ ਹੀ ਵਸਦਾ, ਜੀਆਂ ਜਨਤਾਂ ਵਿੱਚ। ਪਰ ਸਾਖਸ਼ਾਤਕਾਰ ਤਾਂ ਨਹੀਂ ਨਾ ਹੈ ਸਾਰਿਆਂ ਵਿੱਚ। ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਉਹ ਪਾਣੀ ਪ੍ਰਗਟ ਤਾਂ ਕਿਤੇ ਕਿਤੇ ਹੀ ਹੈ ਨਾ, ਜਿੱਥੇ ਸਰੋਵਰਾਂ, ਤਲਾਬਾਂ, ਨਦੀਆਂ, ਦਰਿਆਵਾਂ ਰਾਹੀਂ ਉਹਨੂੰ ਪ੍ਰਗਟ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਮਾਤਮਾ ਦੀ ਜੋਤ ਭਾਵੇਂ ਸਾਰਿਆਂ ਵਿੱਚ ਹੈ, ਪਰ ਸਾਖਸ਼ਾਤਕਾਰ ਕਿਸੇ ਵਿਰਲੇ ਦੇ ਅੰਦਰ ਹੁੰਦਾ ਹੈ। ਔਰ ਜਿਸ ਦੇ ਅੰਦਰ ਸਾਖਸ਼ਾਤਕਾਰ ਨਹੀਂ ਹੋਇਆ ਉਹ ਪ੍ਰਮਾਤਮਾ, ਉਹਨਾਂ ਦਾ ਹਿਰਦਾ ਤ੍ਰਿਸ਼ਨਾ ਸਹਿਤ ਹਮੇਸ਼ਾ ਹੀ ਤ੍ਰਿਖਾਈ ਦਾ ਮਤਲਬ ਹੈ ਤ੍ਰਿਖਾ ਤੁਰ ਰਹਿੰਦਾ ਹੈ। ਉਹ ਹਮੇਸ਼ਾ ਹੀ ਤ੍ਰਿਸ਼ਨਾਲੂ ਬਣ ਕੇ ਕੇਵਲ ਪਦਾਰਥਾਂ ਵੱਲ ਹੀ ਤੱਕਦੇ ਰਹਿੰਦੇ ਹਨ। ਹਰਿ ਆਰਾਧੇ ਅਰੋਗ ਅਨੰਦਾਈ। ਗੁਰੂ ਖਾਲਸਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਆਰਾਧੀਏ, ਨਿਰੰਕਾਰ ਦੀ ਆਰਾਧਨਾ ਕਰੀਏ, ਤੇ ਨਿਰੰਕਾਰ ਦੀ ਆਰਾਧਨਾ ਕਰਕੇ ਅਰੋਗਤਾ ਹੀ ਪ੍ਰਾਪਤ ਹੁੰਦੀ ਹੈ। ਅਰੋਗ ਸਾਹਿਬ ਜੀ ਸਾਨੂੰ ਰੋਗਾਂ ਸੋਗਾਂ ਤੋਂ ਬਚਾਉਂਦੇ ਐ। ਕਲਗੀਧਰ ਸੁਆਮੀ ਜੀ ਦੇ ਪਾਵਨ ਬਚਨ ਨੇ ਦਸਮ ਬਾਣੀ ਦੇ। ਸਾਹਿਬ ਜੀ ਫਰਮਾਨ ਕਰਦੇ ਨੇ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰਦਾ ਕਰ ਪਾਪ ਸੰਭੂ ਨ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰੋਗਾਂ ਤੋਂ ਰਹਿਤ ਕਰਨ ਵਾਲੇ ਹਨ। ਅਨੇਕ ਪ੍ਰਕਾਰ ਦੇ ਰੋਗ, ਸਰੀਰਕ ਰੋਗ, ਮਾਨਸਿਕ ਰੋਗ ਸਾਨੂੰ ਲੱਗੇ ਹੋਏ ਨੇ। ਮਾਨਸਿਕ ਰੋਗਾਂ ਕਰਕੇ ਖਾਲਸਾ ਜੀ ਸਾਰਾ ਸੰਸਾਰ ਹੀ ਪੀੜਤ ਹੈ। ਤਦੇ ਗੁਰਦੇਵ ਕਹਿੰਦੇ, ਜੋ ਜੋ ਦਿਸੈ ਸੋ ਸੋ ਰੋਗੀ। ਜਿਤਨੇ ਵੀ ਸੰਸਾਰ ਦੇ ਜੀਵ ਦਿਸਦੇ ਐ, ਸਾਰਿਆਂ ਅੰਦਰ ਕਿਸੇ ਨੂੰ ਈਰਖਾ ਦਾ ਰੋਗ ਲੱਗਾ ਹੋਇਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜਦੋਂ ਜਗਤ ਗੁਰੂ ਨਾਨਕ ਸਾਹਿਬ ਜੀ ਦੀ ਇਹ ਸਾਖੀ ਲਿਖੀ ਹੈ ਕਿ ਜਿਸ ਵੇਲੇ ਵੈਦ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਬਜ਼ ਪਕੜ ਕੇ ਵੇਖਦਾ ਹੈ, ਤਾਂ ਗੁਰਦੇਵ ਕਹਿੰਦੇ, ਵੈਦ ਜੀ ਪਹਿਲਾਂ ਰੋਗਾਂ ਬਾਰੇ ਨਿਰੀਖਣ ਕਰੋ ਵੀ ਰੋਗ ਹੈਣ ਕਿਹੜੇ।
ਪਹਿਲਾਂ ਆਪਣੇ ਅੰਦਰ ਦੇ ਵੀ ਰੋਗ ਪਛਾਣੋ। ਉੱਥੇ ਲਿਖਦੇ ਆ ਵੀ ਜਿਹੜੀ ਨਿੰਦਾ ਕਰਨੀ ਹੈ ਇਹ ਉਲਟੀ ਦਾ ਰੋਗ ਲੱਗਾ ਹੋਇਆ ਮਨੁੱਖਾਂ ਨੂੰ। ਕਿਸੇ ਦੀ ਨਿੰਦਾ ਕਰਨੀ ਇਹ ਉਲਟੀ ਦਾ ਰੋਗ ਹੈ। ਕਿਸੇ ਦਾ ਪ੍ਰਤਾਪ ਤੇ ਐਸ਼ਵਰਜ ਵੇਖ ਕੇ ਮਨ 'ਚ ਸੜਨਾ, ਕਿਰਜਣਾ ਵੀ ਇਹਦੀ ਵਡਿਆਈ ਕਿਉਂ ਹੋ ਰਹੀ ਹੈ, ਇਹਦੀ ਸੋਭਾ ਕਿਉਂ ਹੋ ਰਹੀ ਹੈ। ਇਹ ਬੁਖਾਰ ਚੜਿਆ ਹੋਇਆ ਜੀਵਾਂ ਨੂੰ, ਇਹ ਤਾਪ ਚੜਿਆ ਹੋਇਆ ਹੈ। ਇਸ ਪ੍ਰਕਾਰ ਨਾਲ ਇਹ ਅਨੇਕਾਂ ਪ੍ਰਕਾਰ ਦੇ ਰੋਗ ਨੇ ਜੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਨਿਰਵਿਰਤ ਹੁੰਦੇ ਹਨ। ਹਰ ਆਰਾਧੇ ਆਰੋਗ ਅਨਦਾਈ। ਕਹਿੰਦੇ ਜਿੱਥੇ ਅਰੋਗ ਹੋ ਜਾਈਦਾ ਨਿਰੰਕਾਰ ਦੇ ਨਾਮ ਦੀ ਆਰਾਧਨਾ ਕਰਕੇ, ਉੱਥੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਹਿਰਦਾ ਆਨੰਦ ਸਹਿਤ ਹੋ ਜਾਂਦਾ ਹੈ। ਜੀਵਨ ਆਨੰਦ ਨਾਲ ਭਰ ਜਾਂਦਾ ਹੈ, ਜੀਵਨ ਰਸ ਨਾਲ ਭਰ ਜਾਂਦਾ ਹੈ ਨਿਰੰਕਾਰ ਪਰਮੇਸ਼ਰ ਦੇ ਭਜਨ ਦੁਆਰਾ। ਨਿਰੰਕਾਰ ਦੇ ਭਜਨ ਤੋਂ ਬਿਨਾਂ ਇਹ ਜੀਵਨ ਬੇਰਸਾ ਹੈ ਗੁਰੂ ਖਾਲਸਾ ਜੀ। ਇਹੋ ਜਿਹਾ ਬੇਰਸਾ ਕਿ ਸੰਸਾਰ ਦੇ ਸਾਰੇ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਾਡਾ ਮਨ ਸੰਤੁਸ਼ਟ ਨਹੀਂ ਹੈ, ਸਾਡੇ ਮਨ 'ਚ ਸ਼ਾਂਤੀ ਨਹੀਂ ਹੈ, ਸਕੂਨ ਨਹੀਂ ਹੈ। ਇਹਦਾ ਕਾਰਨ ਇਹੀ ਹੈ ਕਿਉਂਕਿ ਸਾਡਾ ਜੀਵਨ ਨਿਰੰਕਾਰ ਪਰਮੇਸ਼ਰ ਦੇ ਨਾਮ ਰਸ ਤੋਂ ਵਿਹੂਣਾ ਹੈ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਦਾ ਜੀਵਨ ਨਿਰੰਕਾਰ ਪਰਮੇਸ਼ਰ ਦੇ ਨਾਮ ਰਸ ਨਾਲ ਭਰ ਜਾਂਦਾ ਹੈ, ਉਹ ਆਨੰਦ ਸਹਿਤ ਹੋ ਜਾਂਦੇ ਹਨ, ਉਹ ਸਦਾ ਹੀ ਖੇੜੇ ਵਿੱਚ ਰਹਿੰਦੇ ਹਨ। ਉਹਦੇ ਬਾਰੇ ਪਾਤਸ਼ਾਹ ਜੀ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੇ ਹਿਰਦਿਆਂ ਵਿੱਚ ਉਹ ਸਦਾ ਹੀ ਖੇੜਾ ਤੇ ਆਨੰਦ ਬਣਿਆ ਰਹਿੰਦਾ ਹੈ। ਜਿਸਨੋ ਵਿਸਰੈ ਮੇਰਾ RAM ਸਨੇਹੀ, ਤਿਸ ਲਾਖ ਬੇਦਨ ਜਨ ਆਈ। ਜਿਸ ਨੂੰ ਮੇਰਾ ਉਹ ਸਨੇਹੀ RAM, ਸਨੇਹੀ ਪਰਮੇਸ਼ਰ ਨੂੰ ਸਨੇਹੀ ਕਿਹਾ। ਸਨੇਹੀ ਦਾ ਮਤਲਬ ਪ੍ਰੇਮ ਕਰਨ ਵਾਲਾ। ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਹੀ ਪ੍ਰੇਮ ਕਰਦਾ, ਉਹ ਤਾਂ ਸਾਰਿਆਂ ਨਾਲ ਹੀ ਪ੍ਰੀਤ ਕਰਦਾ, ਸਾਰਿਆਂ ਦਾ ਹੀ ਸਨੇਹੀ ਹੈ। ਤੋ ਜਿਸ ਨੂੰ ਮੇਰਾ ਉਹ RAM ਜੋ ਰਮਿਆ ਹੋਇਆ ਹਰ ਜਗ੍ਹਾ ਤੇ ਹਰ ਥਾਂ ਤੇ, ਉਸ ਰਮਿਆ ਹੋਇਆ RAM ਜਿਨ੍ਹਾਂ ਨੂੰ ਵਿਸਰ ਗਿਆ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਲੱਖਾਂ ਹੀ ਤਕਲੀਫਾਂ ਆਣ ਪਹੁੰਚਦੀਆਂ ਹਨ। ਤੇ ਇਸ ਲਾਖ ਬੇਦਨ, ਬੇਦਨ ਦਾ ਮਤਲਬ ਹੁੰਦਾ ਪੀੜਾ, ਬੇਦਨ ਦਾ ਮਤਲਬ ਹੁੰਦਾ ਦਰਦ, ਬੇਦਨ ਦਾ ਮਤਲਬ ਹੁੰਦਾ ਤਕਲੀਫ। ਕਹਿੰਦੇ ਉਹਨਾਂ ਨੂੰ 1 2 4 ਨਹੀਂ, ਲੱਖਾਂ ਹੀ ਤਕਲੀਫਾਂ ਆਣ ਕੇ ਘੇਰ ਲੈਂਦੀਆਂ ਹਨ। ਮਾਨੋ ਆ ਗਈਆਂ, ਜਨ ਦਾ ਮਤਲਬ ਹੁੰਦਾ ਮਾਨੋ, ਉਹਦੇ ਵਾਸਤੇ ਲੱਖਾਂ ਹੀ ਤਕਲੀਫਾਂ ਆ ਗਈਆਂ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਸਰ ਜਾਂਦਾ ਹੈ। ਤੇ ਜਿਨ੍ਹਾਂ ਨੂੰ ਪਰਮੇਸ਼ਰ ਯਾਦ ਹੈ, ਜਿਨ੍ਹਾਂ ਦੇ ਹਿਰਦੇ 'ਚੋਂ ਪਰਮੇਸ਼ਰ ਨਹੀਂ ਵਿਸਰਦਾ, ਜੇ ਉਹਨਾਂ ਦੇ ਕੋਲ ਲੱਖਾਂ ਪ੍ਰਕਾਰ ਦੀਆਂ ਤਕਲੀਫਾਂ ਤੇ ਦੁੱਖ ਆ ਵੀ ਜਾਣ ਤੇ ਉਹ ਉਹਨਾਂ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੁ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੀ ਅਵਸਥਾ ਦੇ ਵਿੱਚ ਉਹ ਗੁਰਮੁਖ ਟਿਕ ਜਾਂਦੇ ਹਨ। ਇਹ ਰਹਾਉ ਦੀਆਂ ਪਾਵਨ ਪਵਿੱਤਰ ਪੰਕਤੀਆਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਰਹਾਉ ਜਿਹ ਨਰ ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਹੇ ਵਾਹਿਗੁਰੂ ਜੀ, ਜਿਨ੍ਹਾਂ ਜਨਾਂ ਨੇ ਆਪ ਜੀ ਦੀ ਓਟ ਨੂੰ ਗ੍ਰਹਿਣ ਕੀਤਾ, ਆਪ ਜੀ ਦੇ ਆਸਰੇ ਨੂੰ ਤੱਕਿਆ ਹੈ। ਓਟ ਦਾ ਮਤਲਬ ਹੁੰਦਾ ਆਸਰਾ। ਗੁਰਸਿੱਖ ਨੂੰ ਤਾਂ ਆਪਣੇ ਗੁਰੂ ਦਾ ਹੀ ਆਸਰਾ ਹੈ। ਸਾਨੂੰ ਨਿਮਾਣਿਆਂ ਨਤਾਣਿਆਂ ਨੂੰ ਤਾਂ ਕੇਵਲ ਸਤਿਗੁਰਾਂ ਦਾ ਹੀ ਆਸਰਾ ਹੈ। ਨਾਲੇ ਜੇ ਕੋਈ ਆਸਰਾ ਸੰਸਾਰ ਵਿੱਚ ਹੈ ਵੀ ਤਾਂ ਉਹ ਸਤਿਗੁਰਾਂ ਦਾ ਹੀ ਆਸਰਾ ਹੈ। ਬਾਕੀ ਤਾਂ ਸਾਰੇ ਸਤਿਗੁਰਾਂ ਦੇ ਆਸ਼ਰਿਤ ਹੀ ਨੇ, ਤੇ ਜਿਹੜੇ ਆਪ ਸਤਿਗੁਰਾਂ ਦੇ ਆਸ਼ਰਿਤ ਨੇ ਉਹਨਾਂ ਦਾ ਕੀ ਆਸਰਾ ਤੱਕਣਾ ਹੋਇਆ। ਗੁਰਸਿੱਖ ਕੇਵਲ ਗੁਰੂ ਦਾ ਆਸਰਾ ਰੱਖਦਾ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਸੰਸਾਰ ਦੇ ਸਾਰੇ ਦੁਆਰਾਂ ਨੂੰ, ਆਸਰਿਆਂ ਨੂੰ ਛੱਡ ਕੇ ਗੁਰਸਿੱਖ ਕੇਵਲ ਤਾਂ ਕੇਵਲ ਗੁਰੂ ਦਾ ਆਸਰਾ ਤੱਕਦਾ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਹਨ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵੇ। ਹੇ ਵਾਹਿਗੁਰੂ, ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ ਆਸਰਾ ਹੈ, ਪਰ ਮੈਂ ਨਿਮਾਣੀ ਨੂੰ ਕੇਵਲ ਆਪ ਜੀ ਦਾ ਆਸਰਾ ਹੈ। ਗਰੀਬ ਨਵਾਜ ਸਾਹਿਬ ਜੀ, ਕਿਸੇ ਨੂੰ ਆਪਣੀ ਜ਼ਮੀਨ ਦਾ ਭਰੋਸਾ ਹੈ, ਕਿਸੇ ਨੂੰ ਆਪਣੀ ਚਤਰਾਈ ਦਾ ਭਰੋਸਾ ਹੈ,
ਕਿਸੇ ਨੂੰ ਆਪਣੀ ਪੜ੍ਹੀ ਹੋਈ ਫਾਰਸੀ ਦਾ ਭਰੋਸਾ ਹੈ, ਕਿਸੇ ਨੂੰ ਭਰੋਸਾ ਆਪਣੀ ਪੜ੍ਹੀ ਹੋਈ ਸੰਸਕ੍ਰਿਤ ਵਿਦਿਆ ਦਾ ਹੈ, ਕਿਸੇ ਨੂੰ ਭਰੋਸਾ ਆਪਣੇ ਭਾਈ ਕੁਟੰਬੀਆਂ ਰਿਸ਼ਤੇਦਾਰਾਂ ਸੰਬੰਧੀਆਂ ਦਾ, ਕਿਸੇ ਨੂੰ ਸਰਕਾਰੀ ਦਰਬਾਰੇ ਮੇਰੀ ਚੱਲਦੀ ਹੈ ਉਹਦਾ ਭਰੋਸਾ ਹੈ। ਪਰ ਹੇ ਸਤਿਗੁਰੂ ਜੀ, ਹੇ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਸਿੱਖਾਂ ਨੂੰ ਕੇਵਲ ਆਪ ਜੀ ਦਾ ਭਰੋਸਾ ਹੈ। ਇਸ ਕਰਕੇ ਗੁਰਸਿੱਖ ਕੇਵਲ ਆਪਣੇ ਗੁਰੂ ਦੀ ਓਟ ਨੂੰ ਗ੍ਰਹਿਣ ਕਰਦਾ। ਜਿਹ ਜਨ ਓਟ ਗਹੀ ਪ੍ਰਭ ਤੇਰੀ, ਮਹਾਰਾਜ ਜਿਨ੍ਹਾਂ ਜਨਾਂ ਨੇ, ਇੱਥੇ ਜਨ ਸ਼ਬਦ ਵਰਤਿਆ, ਕੋਈ ਵੀ ਹੋ ਸਕਦਾ, ਜਿਨ੍ਹਾਂ ਜਨਾਂ ਨੇ ਵੀ, ਕੋਈ ਹਿੰਦੂ ਆ ਕੇ ਸਤਿਗੁਰਾਂ ਦੀ ਓਟ ਤੱਕ ਲਏ, ਕੋਈ ਮੁਸਲਮਾਨ ਆ ਕੇ ਸਤਿਗੁਰਾਂ ਦੀ ਓਟ ਤੱਕ ਲਏ, ਕੋਈ ਈਸਾਈ, ਕੋਈ ਯਹੂਦੀ, ਕੋਈ ਪਾਰਸੀ, ਕੋਈ ਜੈਨੀ, ਕੋਈ ਬੋਧੀ, ਕੋਈ ਸੰਨਿਆਸੀ, ਕੋਈ ਬੈਰਾਗੀ, ਸੰਸਾਰ ਦਾ ਕਿਸੇ ਮਤ ਕਿਸੇ ਧਰਮ ਦਾ ਵਰਗ ਦਾ ਪ੍ਰਾਣੀ ਜਿਹੜਾ ਵੀ ਆਪ ਜੀ ਦੀ ਆ ਕੇ ਓਟ ਗ੍ਰਹਿਣ ਕਰ ਲੈਂਦਾ ਹੈ, ਹੇ ਪ੍ਰਭੂ ਜੀ, ਉਹ ਤੁਹਾਡੀ ਸ਼ਰਨ ਵਿੱਚ ਪੈ ਕੇ ਸੁਖੀ ਹੋ ਜਾਂਦਾ ਹੈ। ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਮਹਾਰਾਜ ਉਹ ਜਨ ਤੁਹਾਡੀ ਸ਼ਰਨ 'ਚ ਪੈ ਕੇ ਸदैਵੀ ਕਾਲ ਲਈ ਸੁਖੀ ਹੋ ਜਾਂਦੇ ਹਨ। ਜਿਨ੍ਹਾਂ ਨੇ ਵੀ ਆਪ ਜੀ ਦੀ ਸ਼ਰਨ ਨੂੰ ਤੱਕਿਆ ਹੈ, ਉਹ ਸदैਵੀ ਕਾਲ ਲਈ ਸੁਖ ਮਾਣਦੇ ਹਨ। ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਨਣੇ। ਹੁਣ ਦੂਜੇ ਪਾਸੇ ਜਿਨ੍ਹਾਂ ਨੂੰ ਪੁਰਖ ਵਿਧਾਤਾ ਵਿਸਰਿਆ ਹੋਇਆ, ਜਿਨ੍ਹਾਂ ਨਰਾਂ ਨੂੰ ਉਹ ਪੁਰਖ ਵਿਧਾਤਾ, ਵਿਧੀਆਂ ਸਹਿਤ ਸੰਸਾਰ ਦੀ ਰਚਨ ਕਰਨ ਵਾਲਾ ਪੁਰਖ ਜੋ ਸਾਰਿਆਂ ਵਿੱਚ ਪੂਰਿਆ ਹੋਇਆ ਹੈ, ਜੋ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਿੱਚ ਪੂਰਿਆ ਹੋਇਆ ਹੈ, ਜੋ ਸਭ ਨੂੰ ਭਰਨ ਵਾਲਾ ਹੈ, ਉਹਨੂੰ ਕਹਿੰਦੇ ਆ ਪੁਰਖ। ਇਹੋ ਜਿਹੇ ਪੁਰਖ ਵਿਧਾਤੇ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ ਹੈ, ਤੇ ਦੁਖੀਆ ਮਹਿ ਗਨਣੇ। ਆਹਾ, ਕਹਿੰਦੇ ਭਾਈ ਉਹ ਬੰਦੇ ਦੁਖੀਆਂ ਵਿੱਚ ਗਿਣੇ ਜਾਂਦੇ ਹਨ। ਉਹਨਾਂ ਨੂੰ ਸਭ ਤੋਂ ਵੱਡੇ ਦੁਖੀਆਂ ਦੇ ਵਿੱਚ ਗਿਣਿਆ ਜਾਏ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਿਰਦੇ ਵਿੱਚੋਂ ਵਿਸਰਿਆ ਹੋਇਆ। ਉਹਨਾਂ ਦੇ ਦੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਦੁੱਖ ਨੇ ਜਿਹੜੇ ਉਹਨਾਂ ਨੂੰ ਆਣ ਘੇਰਦੇ ਹਨ। ਜਿਹ ਗੁਰ ਮਾਨ ਪ੍ਰਭੂ ਲਿਵ ਲਾਈ, ਤਿਹ ਮਹਾ ਆਨੰਦ ਰਸ ਕਰਿਆ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨ ਨੂੰ ਆਪਣੇ ਹਿਰਦੇ 'ਚ ਮੰਨ ਕੇ, ਜਿਹ ਗੁਰ ਮਾਨ ਮੰਨ ਕੇ, ਨੰਨੇ ਨੂੰ ਸਿਹਾਰੀ ਲਾ ਕੇ ਸਾਹਿਬ ਸੰਬੋਧਨ ਕਰਕੇ ਕਹਿੰਦੇ ਆ ਵੀ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਕੇ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਪ੍ਰਭੂ ਨਾਲ ਲਿਵ ਲਾ ਲਈ ਹੈ। ਪ੍ਰਭੂ ਲਿਵ ਲਾਈ, ਪ੍ਰਭੂ ਨਾਲ ਜਿਹੜਾ ਪ੍ਰਭਤਾ ਦਾ ਮਾਲਕ ਹੈ। ਪ੍ਰਭੂ, ਭੂ ਨਾਮ ਪੰਜਾਂ ਤੱਤਾਂ ਦਾ ਹੈ, ਪੰਜ ਭੂਤਾਂ ਦਾ ਹੈ। ਪਰ ਨਾਮ ਪਰੇ ਦਾ ਹੈ, ਜਿਹੜਾ ਪੰਜਾਂ ਭੂਤਾਂ ਤੋਂ ਪਰੇ ਹੈ। ਪ੍ਰਭ ਜੋ ਪ੍ਰਭਤਾ ਦਾ ਮਾਲਕ ਹੈ, ਸੁਆਮੀ ਹੈ ਸਾਰੇ ਜਗਤ ਦਾ। ਜਿਨ੍ਹਾਂ ਨੇ ਗੁਰੂ ਕਾ ਉਪਦੇਸ਼ ਮੰਨ ਕੇ ਪ੍ਰਭੂ ਨਾਲ ਲਿਵ ਲਾ ਲਈ ਹੈ, ਤੇ ਇਹ ਮਹਾ ਆਨੰਦ ਰਸ ਕਰਿਆ। ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ, ਪ੍ਰਭੂ ਜੀ ਨੇ ਮਹਾ ਆਨੰਦ ਭਰ ਦਿੱਤਾ ਹੈ। ਮਹਾ ਆਨੰਦ ਦਾ ਰਸ ਉਹਨਾਂ ਦੇ ਜੀਵਨ ਵਿੱਚ ਭਰ ਦਿੱਤਾ ਹੈ। ਇਹੋ ਜਿਹਾ ਜੀਵਨ ਰਸ ਉਹਨਾਂ ਨੂੰ ਪ੍ਰਾਪਤ ਹੋਇਆ। ਮਨੁੱਖੀ ਜੀਵਨ ਦਾ ਜਿਹੜਾ ਅਸਲ ਪ੍ਰਯੋਜਨ ਹੈ, ਉਹ ਹੈ ਉਸ ਸਤ ਚੇਤਨ ਆਨੰਦ ਸਰੂਪ ਦੇ ਵਿੱਚ ਭੇਦ ਹੋ ਜਾਣਾ। ਇਹ ਸਾਡਾ ਪ੍ਰਯੋਜਨ ਹੈ ਸਾਰੇ ਜੀਵਾਂ ਦਾ। ਪ੍ਰਾਣੀ ਮਾਤਰ ਦਾ ਲਕਸ਼ ਕੀ ਹੈ? ਸਾਡਾ ਲਕਸ਼ ਹੈ ਬ੍ਰਹਮ ਦੇ ਵਿੱਚ ਭੇਦ ਹੋਣਾ, ਜਿਸ ਤੋਂ ਵਿਛੜੇ ਹਾਂ ਉਸੇ ਵਿੱਚ ਜਾ ਕੇ ਭੇਦ ਹੋਣਾ। ਤੇ ਗੁਰੂ ਪਾਤਸ਼ਾਹ ਦਾ ਉਪਦੇਸ਼ ਮੰਨ ਕੇ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਪਰਮੇਸ਼ਰ ਦੇ ਨਾਮ ਨਾਲ ਆਪਣੀ ਲਿਵ ਲਾਈ ਹੈ, ਸੁਰਤ ਜੋੜੀ ਹੈ। ਲਿਵ ਲੱਗਣ ਦਾ ਮਤਲਬ ਹੈ ਵੀ ਨਿਰੰਤਰ ਇੱਕ ਰਸ ਜਿਨ੍ਹਾਂ ਦਾ ਵਹਿਣ ਪਰਮਾਤਮਾ ਦੇ ਨਾਮ ਦੇ ਵਿੱਚ ਵਹਿ ਟੁਰਿਆ ਹੈ, ਉਹਨਾਂ ਦਾ ਜੀਵਨ ਵਾਹਿਗੁਰੂ ਪਰਮੇਸ਼ਰ ਨੇ ਮਹਾ ਆਨੰਦ ਸਹਿਤ, ਰਸ ਸਹਿਤ ਕਰ ਦਿੱਤਾ, ਭਰ ਦਿੱਤਾ ਹੈ। ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ। ਜਿਹੜੇ ਉਸ ਪ੍ਰਭੂ ਨੂੰ ਵਿਸਾਰ ਦਿੰਦੇ ਨੇ, ਅਕਾਲ ਪੁਰਖ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਨ। ਜਿਹੇ ਪ੍ਰਭੂ ਵਿਸਾਰ, ਪ੍ਰਭੂ ਨੂੰ ਵਿਸਾਰ ਕੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਗੁਰੂ ਤੋਂ ਮੂੰਹ ਮੋੜ ਲੈਂਦੇ ਨੇ, ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਆਪਣੀਆਂ ਆਪ ਹੁਦਰੀਆਂ ਕਰਨ ਲੱਗ ਪੈਂਦੇ ਹਨ। ਜੀ ਸਾਨੂੰ ਇਦਾਂ ਲੱਗਦਾ ਹੈ, ਮੈਨੂੰ ਇਦਾਂ ਪ੍ਰਤੀਤ ਹੁੰਦਾ ਹੈ ਵੀ ਇਹ ਗੱਲ ਇਦਾਂ ਹੈ। ਜਦੋਂ ਅਸੀਂ ਆਪਣੀ ਮਾਨਤਾ ਨੂੰ ਅੱਗੇ ਰੱਖ ਦਿੰਨੇ ਆ ਵੀ ਮੈਨੂੰ ਇਦਾਂ ਲੱਗਦਾ ਵੀ ਇਦਾਂ ਹੈ,
ਉਸ ਵੇਲੇ ਅਸੀਂ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਜਿਹੜੇ ਲੋਕ ਬੇਮੁਖ ਹੋ ਜਾਂਦੇ ਹਨ ਤੇ ਨਰਕ ਘੋਰ ਮਹਿ ਪਰਿਆ, ਕਹਿੰਦੇ ਘੋਰ ਨਰਕਾਂ ਦੇ ਵਿੱਚ ਉਹਦੀ ਜ਼ਿੰਦਗੀ ਬਤੀਤ ਹੁੰਦੀ ਹੈ। ਇੱਥੇ ਵੀ ਤੇ ਅੱਗੇ ਵੀ ਉਹ ਘੋਰ ਨਰਕਾਂ ਦੇ ਵਿੱਚ ਹੀ ਸੁੱਟਿਆ ਜਾਂਦਾ ਹੈ, ਜਿੱਥੇ ਮਹਾਕੁੰਭੀ ਨਰਕ ਹਨ, ਜਿੱਥੇ ਜੀਵ ਤਪਦੇ ਬਿਲਲਾਏ ਜਾਂਦੇ ਹਨ। ਉੱਥੇ ਉਹਨਾਂ ਘੋਰ ਨਰਕਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਵੀ ਇਸ ਲੋਕ ਵਿੱਚ ਵੀ ਨਰਕ ਦੇ ਵਿੱਚ ਹੀ ਜ਼ਿੰਦਗੀ ਬਤੀਤ ਹੁੰਦੀ ਹੈ। ਕੋੜੀ ਨਰਕ ਬਰਾਬਰ ਏ, ਇਹੋ ਜੀ ਜ਼ਿੰਦਗੀ ਉਹਨਾਂ ਦੀ ਬਤੀਤ ਹੁੰਦੀ ਹੈ। ਔਰ ਅੱਗੇ ਪਰਲੋਕ ਵਿੱਚ ਵੀ ਉਹ ਘੋਰ ਨਰਕਾਂ ਵਿੱਚ ਧੱਕੇ ਜਾਂਦੇ ਹਨ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਮੇਰੇ ਵਾਹਿਗੁਰੂ ਨੇ, ਮੇਰੇ ਵਾਹਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਜਿੱਥੇ ਜਿੱਥੇ ਲਾਇਆ, ਜੀਵ ਉੱਥੇ ਲੱਗੇ ਹੋਏ ਨੇ। ਤੇ ਅੱਗੇ ਵੀ ਉਸੇ ਤਰ੍ਹਾਂ ਦਾ ਹੀ ਵਰਤਾਰਾ ਜੀਵਾਂ ਨੇ ਕਰਨਾ ਜਿਵੇਂ ਵਾਹਿਗੁਰੂ ਨੇ ਵਰਤਾਉਣਾ ਹੈ। ਵਰਤਦਾ ਹੀ ਉਹੀ ਹੈ ਜੋ ਪ੍ਰਮਾਤਮਾ ਵਰਤਾਉਂਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ। ਨਿਰੰਕਾਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਜੀਵ ਜੋ ਕਰ ਰਹੇ ਨੇ, ਜਿੱਧਰ ਲੱਗੇ ਹੋਏ ਨੇ, ਪਰਮੇਸ਼ਰ ਦੇ ਲਾਏ ਲੱਗੇ ਹੋਏ ਨੇ। ਜਿੱਥੇ ਜਿੱਥੇ ਲਾਇਆ ਉੱਥੇ ਲੱਗੇ ਹਨ। ਜਿਤ ਕੋ ਲਾਇਆ ਤਿਤ ਹੀ ਲਾਗਾ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਉੱਥੇ ਹੀ ਜੀਵਾਂ ਨੇ ਉਸੇ ਵਰਤਾਰੇ ਵਿੱਚ ਵਰਤਣਾ ਜਿਵੇਂ ਵਾਹਿਗੁਰੂ ਨੇ ਵਰਤਾਉਣਾ ਹੈ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਮੈਂ ਆਪਣੇ ਨਾਮ ਜਪਣ ਵਾਲੇ ਗੁਰਮੁਖਾਂ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੀ ਸ਼ਰਨ ਨੂੰ ਪਕੜਦਾ ਗ੍ਰਹਿਣ ਕਰਦਾ ਹਾਂ, ਔਰ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸ਼ਰਨ ਨੂੰ ਗ੍ਰਹਿਣ ਕਰਦਾ ਜਿਹੜੇ ਹਰ ਵੇਲੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਮਗਨ ਰਹਿੰਦੇ ਹਨ, ਜਿਨ੍ਹਾਂ ਦੀ ਸੁਰਤ ਹਰ ਵੇਲੇ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜੀ ਰਹਿੰਦੀ ਹੈ। ਲੜੀਵਾਰ ਸ਼ਬਦ ਮਹਾਰਾਜ ਜੀ ਦਾ ਚੱਲ ਰਿਹਾ 824 ਅੰਗ ਤੇ ਸਰਵਣ ਕਰੀਏ ਜੀ। ਬਿਲਾਵਲ ਮਹੱਲਾ ਪੰਜਵਾ, ਸਿਮਰਤ ਨਾਮ ਕੋਟ ਜਤਨ ਪਾਏ। ਪੰਜਵੇਂ ਪਾਤਸ਼ਾਹ ਰਾਗ ਬਿਲਾਵਲ 'ਚ ਬਚਨ ਉਚਾਰਨ ਕਰਦਿਆਂ ਕਹਿੰਦੇ ਸਿਮਰਤ ਨਾਮ ਕੋਟ ਜਤਨ ਭਏ। ਨਿਰੰਕਾਰ ਪਰਮੇਸ਼ਰ ਦਾ ਨਾਮ ਸਿਮਰੀਏ ਤੋਂ ਸਮਝ ਲਓ ਸਾਰੇ ਯਤਨ ਹੋ ਗਏ। ਜਿੰਨੇ ਕਰਮ ਕਾਂਡ ਨੇ, ਚਾਹੇ ਕਿਸੇ ਵੀ ਪ੍ਰਕਾਰ ਦੇ ਉਹ ਜਪ ਤਪ ਵਰਤ ਆਦਿਕ ਹਨ, ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ ਹੋ ਗਏ। ਭਾਵ ਜਦੋਂ ਨਾਮ ਸਿਮਰਿਆ ਉਹ ਸਾਰੇ ਕਰਮ ਸਾਡੇ ਹੋ ਗਏ। ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕਉ ਤਰਾਸ ਆਹੇ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣ ਗਾਏ ਹਨ, ਜਿਵੇਂ ਆਪ ਜੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰ ਰਹੇ ਹੋ, ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਗੁਣ ਗਾਏ ਨੇ, ਉਹਨਾਂ ਗੁਣ ਗਾਉਣ ਵਾਲਿਆਂ ਦੇ ਤੋਂ ਜਮਦੂਤ ਜਿਹੜੇ ਨੇ ਉਹ ਤਰਸਤ ਹੋ ਜਾਂਦੇ ਨੇ, ਭੈ ਭੀਤ ਹੋ ਜਾਂਦੇ ਹਨ। ਜਮਦੂਤਾਂ ਨੂੰ ਉਹਨਾਂ ਤੋਂ ਡਰ ਲੱਗਦਾ ਹੈ, ਭੈ ਲੱਗਦਾ ਹੈ, ਭਾਵ ਉਹਨਾਂ ਦੇ ਨੇੜੇ ਨਹੀਂ ਆਉਂਦੇ। ਰਹਾਉ ਜੇਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ। ਪੁਨਹ ਚਰਨ, ਪੁਨਹ ਚਰਨ ਦਾ ਮਤਲਬ ਇਹ ਦੋ ਪ੍ਰਕਾਰ ਸੰਪਰਦਾਈ ਅਰਥ ਕੀਤੇ ਜਾਂਦੇ ਨੇ। ਪੰਡਿਤ ਹਜ਼ਾਰਾ ਸਿੰਘ ਜੀ ਵੱਲੋਂ ਕੀਤੇ ਗਏ ਭਾਈ ਵੀਰ ਸਿੰਘ ਜੀ ਦੇ ਜੋ ਨਾਨਾ ਜੀ ਸਨ। ਪੁਨਹ ਚਰਨ ਦਾ ਮਤਲਬ ਹੁੰਦਾ ਵੀ ਇੱਕ ਤਾਂ ਪ੍ਰਾਸ਼ਚਿਤ ਕਰਮ ਕਰਨਾ, ਕਿ ਮੰਨ ਲਓ ਕਿਸੇ ਪ੍ਰਕਾਰ ਦਾ ਕੋਈ ਗੁਨਾਹ ਹੋ ਗਿਆ ਕਿਸੇ ਕੋਲੋਂ, ਤੇ ਉਹਦਾ ਪ੍ਰਾਸ਼ਚਿਤ ਕਰਨ ਵਾਸਤੇ ਜਿਹੜਾ ਕਰਮ ਕੀਤਾ ਜਾਏ ਉਹਨੂੰ ਪੁਨਹ ਚਰਨ ਕਹਿੰਦੇ ਹਨ। ਫਿਰ ਪੁਨਹ ਚਰਨ ਦਾ ਭਾਵ ਇਹ ਵੀ ਹੈ ਕਿ ਵਿਧੀ ਪੂਰਵਕ ਢੰਗ ਦੇ ਨਾਲ ਕਰਮ ਕਰਨੇ। ਕਹਿੰਦੇ ਜਿੰਨੇ ਵੀ ਪੁਨਹ ਚਰਨ ਹਨ ਉਹ ਅਸੀਂ ਕਰ ਲਏ ਕਦੋਂ? ਜਦੋਂ ਮਨ ਕਰਕੇ ਤਨ ਕਰਕੇ ਪ੍ਰਭੂ ਦੇ ਚਰਨਾਂ ਨੂੰ ਗ੍ਰਹਿਣ ਕਰ ਲਿਆ, ਸਾਡੇ ਸਾਰੇ ਪੁਨਹ ਚਰਨ ਹੋ ਗਏ, ਸਾਡੇ ਸਾਰੇ ਪ੍ਰਾਸ਼ਚਿਤ ਕਰਮ ਹੋ ਗਏ। ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਚਰਨ ਕਮਲ ਪਕੜੇ ਤੇ ਸਤਿਗੁਰਾਂ ਦੇ ਚਰਨ ਕਮਲ ਪਕੜ ਕੇ ਸਾਰੇ ਹੀ ਪਾਪ ਦਗਧ ਹੋ ਗਏ, ਸੜ ਗਏ। ਆਵਣ ਜਾਣ ਭਰਮ ਪਉ ਨਾਠਾ, ਜਨਮ ਜਨਮ ਕੇ ਕਿਲ ਬਿਖ
ਹਦ ਦਹੇ। ਆਵਣ ਜਾਣ ਦਾ ਜਿਹੜਾ ਡਰ ਸੀ ਉਹ ਨੱਠ ਗਿਆ। ਹੁਣ ਸਾਨੂੰ ਜਨਮ ਮਰਨ ਦਾ ਡਰ ਨਹੀਂ ਰਿਹਾ। ਜਨਮ ਜਨਮ ਦੇ ਜਿਹੜੇ ਕਿਲ ਵਿਖ ਸਨ, ਕੀਤੇ ਹੋਏ ਪਾਪ ਸਨ ਮਿਥ ਕੇ, ਉਹ ਸਾਰੇ ਦਹਨ ਹੋ ਗਏ। ਦਹੇ ਦਾ ਮਤਲਬ ਸਾਰੇ ਸੜ ਕੇ ਸਵਾਹ ਹੋ ਗਏ, ਕਿਉਂਕਿ ਜੇ ਸੜਨ ਨਾ ਦੁਬਾਰਾ ਉਗ ਸਕਦੇ ਨੇ। ਕਹਿੰਦੇ ਸਾੜੀ ਗਏ, ਜਿਵੇਂ ਬੀਜ ਸੜਿਆ ਹੋਇਆ ਭੁੰਨਿਆ ਹੋਇਆ ਨਹੀਂ ਨਾ ਉਗਦਾ ਮੁੜ ਕੇ। ਕਹਿੰਦੇ ਇਸ ਤਰ੍ਹਾਂ ਸਾਡੇ ਜਨਮਾਂ ਜਨਮਾਂ ਦੇ ਜਿਤਨੇ ਪਾਪ ਸਨ ਉਹ ਸੜ ਗਏ ਜਦੋਂ ਅਸੀਂ ਪਾਤਸ਼ਾਹ ਦੇ ਪਾਵਨ ਚਰਨ ਕਮਲ ਗ੍ਰਹਿਣ ਕੀਤੇ। ਨਿਰਭਉ ਹੋਏ ਭਜੋ ਜਗਦੀਸੈ। ਇਹ ਗੁਰਮੁਖੋ ਪਿਆਰਿਓ, ਨਿਰਭਉ ਹੋ ਕੇ ਉਸ ਜਗਤ ਦੇ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕਰੋ। ਨਿਰਭਉ ਹੋ ਕੇ, ਡਰ ਤੋਂ ਰਹਿਤ ਹੋ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਇਹੋ ਪਦਾਰਥ ਵੱਡ ਭਾਗ ਲਹੇ। ਪਰ ਆ ਜਿਹੜਾ ਨਾਮ ਰੂਪੀ ਪਦਾਰਥ ਹੈ, ਇਹ ਕਿਸੇ ਬਿਰਲੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਵੱਡੇ ਭਾਗ ਹਨ ਉਹੀ ਇਸ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਦੇ ਹਨ। ਕਰ ਕਿਰਪਾ ਪੂਰਨ ਪ੍ਰਭ ਦਾਤੇ। ਨਿਰਮਲ ਜਸ ਨਾਨਕ ਦਾਸ ਕਹੇ। ਇਹ ਪੂਰਨ ਪ੍ਰਭੂ ਦਾਤਾ ਜੀ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਤਰਸ ਕਰੋ ਸੁਆਮੀ ਜੀ, ਕਿ ਅਸੀਂ ਤੁਹਾਡਾ ਨਿਰਮਲ ਜਸ ਆਪਣੀ ਰਸਨਾ ਤੋਂ ਕਹੀਏ। ਐਸਾ ਤਰਸ, ਐਸੀ ਕਿਰਪਾ ਹੈ ਪ੍ਰਭੂ ਜੀ ਸਾਡੇ ਤੇ ਕਰੋ ਕਿ ਅੱਠੇ ਪੈਰ ਆਪ ਜੀ ਦਾ ਪਵਿੱਤਰ ਜਸ ਕਥਨ ਕਰਦੇ ਰਹੀਏ। ਗਰੀਬ ਨਿਵਾਜ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਅਗਾਧ ਬੋਧ ਹੈ, ਤੁੱਛ ਬੁੱਧੀ ਹੈ ਸਾਡੇ ਜੀਵਾਂ ਦੀ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਅਗਾਂਹ ਵਾਸਤੇ ਸਤਿਗੁਰੂ ਜੀ ਸਦ ਬੁੱਧੀ ਪ੍ਰਦਾਨ ਕਰਨ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਭਾਈ ਸਾਹਿਬ ਜੀ ਨੇ ਪਾਠ ਪੜ੍ਹਨ ਦੀ ਸੇਵਾ ਕੀਤੀ, ਧੰਨਵਾਦ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਿਰਭਉ ਹੋਏ ਭਜੋ ਜਗਦੀਸੈ। ਇਹੋ ਪਦਾਰਥ ਵੱਡ ਭਾਗ ਲਹੇ। ਕਰ ਕਿਰਪਾ ਪੂਰਨ ਪ੍ਰਭ ਦਾਤੇ। ਨਿਰਮਲ ਜਸ ਨਾਨਕ ਦਾਸ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ